Kanchan Outlook। ਅਸੀਂ ਅਕਸਰ ਆਪਣੇ ਆਸ-ਪਾਸ ਬੜੀਆਂ ਹੀ ਦਰਦਨਾਕ ਘਟਨਾਵਾਂ ਹੁੰਦੀਆਂ ਵਾਪਰਦੀਆਂ ਵੇਖਦੇ ਹਾਂ। ਕਈ ਵਾਰ ਇਹ ਘਟਨਾਵਾਂ ਬਿਲਕੁਲ ਹੀ ਮਾਸੂਮ ਬੇਕਸੂਰ ਇਨਸਾਨਾਂ ਦੇ ਨਾਲ ਵਾਪਰ ਜਾਂਦੀਆਂ ਨੇ। ਕੱਲ੍ਹ ਹੀ ਸਾਨੂੰ ਕਿਸੇ ਸੱਜਣ ਨੇ ਇੱਕ ਵੀਡੀਓ ਭੇਜੀ ਜਿਹਦੇ 'ਚ ਇੱਕ ਨਵਾਂ ਜੰਮਿਆ ਬੱਚਾ ਹੈ, ਉਹਦੀਆਂ ਦੋਨੋਂ ਲੱਤਾਂ ਜੁੜੀਆਂ ਹੋਈਆਂ ਨੇ, ਕੰਨ ਵੀ ਪੂਰੀ ਤਰ੍ਹਾਂ ਨਾਲ ਨਹੀਂ ਬਣੇ ਹੋਏ। ਕਿੰਨੀ ਵੱਡੀ ਤਰਾਸਦੀ ਹੈ। ਫਿਰ ਅਸੀਂ ਸੋਚਦੇ ਹਾਂ ਕਿ ਇਹ ਘਟਨਾਵਾਂ ਕਿਉਂ ਵਾਪਰ ਜਾਂਦੀਆਂ ਨੇ, ਪਰਮਾਤਮਾ ਨੂੰ ਤਰਸ ਕਿਉਂ ਨਹੀਂ ਆਉਂਦਾ। ਜਾਂ ਕਈ ਵਾਰ ਅਜਿਹੇ ਇਨਸਾਨ ਵੀ ਹੁੰਦੇ ਨੇ ਜੋ ਬੜਾ ਕੁਝ ਕਰਮ ਕਾਂਡ ਕਰਦੇ ਨੇ, ਪਰ ਹਾਦਸੇ ਘਟਨਾਵਾਂ ਉਹਨਾਂ ਦੇ ਨਾਲ ਵੀ ਵਾਪਰ ਜਾਂਦੀਆਂ ਨੇ। ਕਈ ਸੱਚੇ ਦਿਲ ਤੋਂ ਪਰਮਾਤਮਾ ਦੀ ਭਗਤੀ ਕਰਦੇ ਨੇ, ਘਟਨਾਵਾਂ ਉਹਨਾਂ ਦੇ ਨਾਲ ਵੀ ਵਾਪਰ ਜਾਂਦੀਆਂ ਨੇ। ਇਹ ਜਿਹੇ ਹੀ ਕੁਝ ਸਵਾਲਾਂ ਦਾ ਉੱਤਰ ਗੁਰੂ ਅਮਰਦਾਸ ਸਾਹਿਬ ਅੱਜ ਦੇ ਅੰਗ ਦੀ ਬਾਣੀ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 428ਵੇਂ ਅੰਗ ਦੀ ਬਾਣੀ ਦੇ ਵਿੱਚ ਸਾਨੂੰ ਦੇਣ ਦੀ ਕੋਸ਼ਿਸ਼ ਕਰਦੇ ਹਨ। ਬਾਣੀ ਦੀ ਵਿਆਖਿਆ ਸਿੱਖਿਆ ਭਰਪੂਰ ਲੱਗੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਆਓ ਹੁਣ ਸ਼ੁਰੂਆਤ ਕਰੀਏ। ਆਸਾ ਮਹਿਲਾ ਤੀਜਾ। ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ, ਘਰ ਹੀ ਸੋ ਪਿਰ ਪਾਇਆ, ਸੱਚਾ ਸ਼ਬਦ ਵਿਚਾਰ। ਜਿਨ੍ਹਾਂ ਜੀਵ ਇਸਤਰੀਆਂ ਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ, ਆ ਮੇਕਅਪ ਜਾਂ ਆਰਟੀਫਿਸ਼ੀਅਲ ਸ਼ਿੰਗਾਰ ਕਰਕੇ ਆਪਣੇ ਸਰੀਰ ਨੂੰ ਸੋਹਣਾ ਨਹੀਂ, ਗੁਰੂ ਦੇ ਸ਼ਬਦਾਂ ਦਾ ਸ਼ਿੰਗਾਰ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ, ਉਹ ਸੁਹਾਗਣ ਨੇ ਸਹੀ ਮਾਇਨਿਆਂ ਦੇ ਵਿੱਚ। ਸੱਚ ਰਤੀਆਂ ਸੁਹਾਗਣੀ, ਤੇ ਉਹ ਸੁਹਾਗਣ ਜੀਵ ਇਸਤਰੀਆਂ ਉਸ ਪ੍ਰਭੂ ਪਤੀ ਦੇ ਨਾਮ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਹਨ। ਗੁਰੂ ਦੇ ਸੱਚੇ ਸ਼ਬਦਾਂ ਦੀ ਜਦੋਂ ਵਿਚਾਰ ਕਰਦੀਆਂ ਨੇ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੀਆਂ ਨੇ, ਘਰ ਹੀ ਸੋ ਪਿਰ ਪਾਇਆ, ਉਹ ਆਪਣੇ ਹਿਰਦੇ ਘਰ ਦੇ ਵਿੱਚੋਂ ਹੀ ਫਿਰ ਉਸ ਪਰਮਾਤਮਾ ਪਤੀ ਨੂੰ ਲੱਭ ਲੈਂਦੀਆਂ ਨੇ। ਅਵਗਣ ਗੁਣੀ ਬਖਸ਼ਾਇਆ, ਹਰ ਸਿਉ ਲਿਵ ਲਾਈ, ਹਰ ਵਰ ਪਾਇਆ ਕਾਮਣੀ, ਗੁਰ ਮੇਲ ਮਿਲਾਈ ਰਹਾਉ। ਜਿਸ ਜੀਵ ਇਸਤਰੀ ਨੇ ਹਰ ਸਿਉ ਲਿਵ ਲਾਈ, ਉਸ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜ ਲਈ, ਆਪਣੀ ਸੁਰਤ ਪ੍ਰਭੂ ਦੀ ਯਾਦ ਵਿੱਚ ਜੋੜ ਲਈ, ਅਵਗਣ ਗੁਣੀ ਬਖਸ਼ਾਇਆ, ਉਹ ਗੁਣ ਹਾਸਲ ਕਰ ਲੈਂਦੀ ਹੈ ਤੇ ਉਹਨਾਂ ਗੁਣਾਂ ਦੀ ਬਰਕਤ ਦੇ ਨਾਲ ਪਹਿਲਾਂ ਤੋਂ ਹਾਸਲ ਕੀਤੇ ਹੋਏ ਜੋ ਔਗੁਣ ਸਨ ਉਹ ਬਖਸ਼ਾ ਲੈਂਦੀ ਹੈ। ਉਹ ਹਰ ਵਰ ਪਾ ਲੈਂਦੀ ਹੈ, ਪ੍ਰਭੂ ਪਤੀ ਨੂੰ ਹਾਸਲ ਕਰ ਲੈਂਦੀ ਹੈ, ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਤੇ ਗੁਰੂ ਇਹਦੇ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ ਕਿ ਗੁਰੂ ਉਸ ਜੀਵ ਇਸਤਰੀ ਦਾ ਮਿਲਾਪ ਪਰਮਾਤਮਾ ਦੇ ਨਾਲ ਕਰਵਾਉਂਦਾ ਹੈ। ਇੱਕ ਪਿਰ ਹਦੂਰ ਨਾ ਜਾਣਨੀ, ਦੂਜਾ ਭਰਮ ਭੁਲਾਈ, ਕਿਉਂ ਪਾਇਨ ਦੁਹਾਗਣੀ, ਦੁਖੀ ਰਹਿਣ ਵਿਹਾਈ। ਹੁਣ ਤੱਕ ਤੇ ਗੱਲ ਹੋਈ ਸੁਹਾਗਣ ਇਸਤਰੀਆਂ ਦੀ, ਤੇ ਹੁਣ ਗੱਲ ਹੋ ਰਹੀ ਹੈ ਦੁਹਾਗਣਾਂ ਦੀ, ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਆਪਣੇ ਅੰਗ ਸੰਗ ਨਹੀਂ ਜਾਣਿਆ, ਹਦੂਰ ਨਹੀਂ ਜਾਣਿਆ, ਤੇ ਦੂਜਾ ਭਰਮ ਭੁਲਾਈ, ਪਰਮਾਤਮਾ ਤੋਂ ਇਲਾਵਾ ਬਾਕੀ ਸਭ ਕੁਝ ਮਾਇਆ ਉਹਦੇ ਮੋਹ ਦੇ ਵਿੱਚ ਭਟਕਦੀਆਂ ਫਿਰੀਆਂ। ਉਹ ਮੰਦਭਾਗਣਾ ਪ੍ਰਭੂ ਪਤੀ ਨੂੰ ਨਹੀਂ ਮਿਲ ਸਕਦੀਆਂ। ਉਹਨਾਂ ਦੀ ਜ਼ਿੰਦਗੀ ਦੀ ਜੋ ਰਾਤ ਹੈ ਉਹ ਦੁੱਖਾਂ ਵਿੱਚ ਹੀ ਬੀਤ ਜਾਂਦੀ ਹੈ। ਜਿਨ ਕੈ ਮਨ ਸੱਚ ਵਸਿਆ, ਸੱਚੀ ਕਾਰ ਕਮਾਏ, ਪ੍ਰਭੂ ਦੀ ਸਿਫਤ ਸਲਾਹ ਰੂਪ ਸਦਾ ਕਾਇਮ ਰਹਿਣ ਵਾਲੀ ਕਿਰਤ ਕਮਾਈ ਕੀਤੀ ਜਿਨ੍ਹਾਂ ਨੇ, ਉਹਨਾਂ ਦੇ ਮਨ ਵਿੱਚ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਆ ਵਸਦਾ ਹੈ। ਤੇ ਜਦੋਂ ਆ ਵਸੇ ਫਿਰ ਅਨ ਦਿਨ ਸੇਵੈ ਸਹਿਜ ਸਿਉ, ਸੱਚੇ ਮਾਹੀ ਸਮਾਈ। ਫਿਰ ਉਹ ਜੀਵ ਇਸਤਰੀਆਂ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਹੋ ਕੇ ਆਤਮਿਕ ਅਡੋਲਤਾ ਨਾਲ ਹਰ ਵੇਲੇ ਉਸ ਪ੍ਰਭੂ ਦੀ ਸੇਵਾ ਭਗਤੀ ਕਰਦੀਆਂ ਰਹਿੰਦੀਆਂ ਹਨ। ਦੁਹਾਗਣੀ ਭਰਮ ਭੁਲਾਈਆਂ, ਕੂੜ ਬੋਲ ਬਿਖ ਖਾਹੀ, ਪਿਰ ਨਾ ਜਾਣਨ ਆਪਣਾ, ਸੁੰਝੀ ਸੇਜ ਦੁੱਖ ਪਾਹੇ। ਤੇ ਜੋ ਮੰਦਭਾਗਣ ਜੀਵ ਇਸਤਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਜਾਂਦੀਆਂ ਹਨ, ਉਹ ਮਾਇਆ ਦੇ ਮੋਹ ਵਾਲਾ ਹੀ
ਵਿਅਰਥ ਬੋਲ ਬੋਲ ਕੇ ਮਾਇਆ ਦੇ ਮੋਹ ਦਾ ਜ਼ਹਿਰ ਖਾਂਦੀਆਂ ਰਹਿੰਦੀਆਂ ਹਨ। ਇਹ ਜ਼ਹਿਰ ਉਹਨਾਂ ਦੇ ਆਤਮਿਕ ਜੀਵਨ ਨੂੰ ਮਾਰ ਮੁਕਾਉਂਦਾ ਹੈ। ਉਹ ਕਦੇ ਵੀ ਆਪਣੇ ਪ੍ਰਭੂ ਪਤੀ ਦੇ ਨਾਲ ਡੂੰਘੀ ਸਾਂਝ ਨਹੀਂ ਪਾਉਂਦੀਆਂ। ਉਹਨਾਂ ਦੇ ਹਿਰਦੇ ਦੀ ਸੇਜ ਸਦਾ ਸੁੰਜੀ ਜਾਣੀ ਕਿ ਸੁੰਨੀ ਖਾਲੀ ਰਹਿ ਜਾਂਦੀ ਹੈ, ਅਤੇ ਉਸ ਖਾਲੀ ਸੇਜ ਦੇ ਕਾਰਨ ਉਹ ਸਦਾ ਹੀ ਦੁੱਖ ਪਾਉਂਦੀਆਂ ਰਹਿੰਦੀਆਂ ਹਨ। ਸੱਚਾ ਸਾਹਿਬ ਏਕ ਹੈ, ਮਤ ਮਨ ਭਰਮ ਭੁਲਾਹੀ। ਆਪਣੇ ਮਨ ਨੂੰ ਹਦਾਇਤ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ, ਹੇ ਮੇਰੇ ਮਨ, ਵੇਖੀ ਕਿਤੇ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਨਾ ਪੈ ਜਾਈਂ। ਵੇਖੀ ਕਿਤੇ ਹੋਰਨਾਂ ਭਰਮ ਭੁਲੇਖਿਆਂ ਦੇ ਵਿੱਚ ਨਾ ਪੈ ਜਾਈਂ। ਸਦਾ ਚੇਤੇ ਦੇ ਵਿੱਚ ਰੱਖੀ ਕਿ ਸੱਚਾ ਸਾਹਿਬ ਏਕ ਹੈ। ਸਦਾ ਕਾਇਮ ਰਹਿਣ ਵਾਲਾ ਸਿਰਫ ਇੱਕ ਪ੍ਰਮਾਤਮਾ ਹੀ ਹੈ। ਗੁਰ ਪੂਛ ਸੇਵਾ ਕਰੈ, ਸੱਚ ਨਿਰਮਲ ਮਨ ਵਸਾਹੀ। ਜੇ ਤੂੰ ਗੁਰੂ ਦੀ ਸਿੱਖਿਆ ਲੈ ਕੇ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰੇਗਾ ਤਾਂ ਉਸ ਸਦਾ ਥਿਰ ਪਵਿੱਤਰ ਪ੍ਰਭੂ ਨੂੰ ਆਪਣੇ ਮਨ ਵਿੱਚ, ਆਪਣੇ ਅੰਦਰ, ਆਪਣੇ ਹਿਰਦੇ 'ਚ ਵਸਾ ਲਏਗਾ। ਸੁਹਾਗਣੀ ਸਦਾ ਪਿਰ ਪਾਇਆ, ਹਉਮੈ ਆਪ ਗਵਾਈ। ਪਿਰ ਸੇਤੀ ਅਨ ਦਿਨ ਗਹਿ ਰਹੀ, ਸੱਚੀ ਸੇਜ ਸੁਖ ਪਾਈ। ਪਹਿਲਾਂ ਦੁਹਾਗਣੀ ਦੀ ਗੱਲ ਕੀਤੀ ਕਿ ਉਹਦੀ ਹਿਰਦੇ ਦੀ ਜੋ ਸੇਜ ਹੈ ਉਹ ਸੁੰਨੀ ਰਹਿ ਜਾਂਦੀ ਹੈ। ਹੁਣ ਸੁਹਾਗਣੀ ਇਸਤਰੀ ਦੀ ਗੱਲ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ, ਸੁਹਾਗਣੀ ਸਦਾ ਪਿਰ ਪਾਇਆ, ਹਉਮੈ ਆਪ ਗਵਾਈ। ਜੋ ਚੰਗੇ ਭਾਗਾਂ ਵਾਲੀ ਜੀਵ ਇਸਤਰੀ ਹੈ, ਉਹਨੇ ਆਪਣੇ ਅੰਦਰੋਂ ਹਉਮੈ ਗਵਾ ਕੇ ਸਦਾ ਥਿਰ ਪ੍ਰਭੂ ਪਤੀ ਨੂੰ ਪਾ ਲਿਆ। ਉਹ ਹਰ ਵੇਲੇ ਪ੍ਰਭੂ ਪਤੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ। ਉਹਦੇ ਹਿਰਦੇ ਦੀ ਜੋ ਸੇਜ ਹੈ ਉਹ ਅਡੋਲ ਹੋ ਜਾਂਦੀ ਹੈ, ਅਤੇ ਇਸ ਕਾਰਨ ਕਰਕੇ ਉਹ ਸਦਾ ਆਤਮਿਕ ਆਨੰਦ ਮਾਣਦੀ ਹੈ। ਮੇਰੀ ਮੇਰੀ ਕਰ ਗਏ, ਪੱਲੇ ਕਿਛ ਨਾ ਪਾਏ। ਮਹਿਲ ਨਾਹੀਂ ਡੋਹਾਗਣੀ, ਅੰਤ ਗਈ ਪਛਤਾਈ। ਹੇ ਭਾਈ, ਜਿਹੜੇ ਬੰਦੇ ਇਹੀ ਆਖਦੇ ਆਖਦੇ ਜਗਤ ਤੋਂ ਚਲੇ ਗਏ ਕਿ ਮੇਰੀ ਮਾਇਆ ਹੈ, ਇਹ ਮੇਰੀ ਮਲਕੀਅਤ ਹੈ, ਉਹਨਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ। ਮੰਦ ਭਾਗਣ ਜੀਵ ਇਸਤਰੀ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਨਹੀਂ ਮਿਲਦਾ। ਉਹ ਦੁਨੀਆ ਤੋਂ ਆਖਰ ਹੱਥ ਮਲਦੀ ਹੀ ਜਾਂਦੀ ਹੈ। ਅੰਤ ਵੇਲਾ ਜਦੋਂ ਇਨਸਾਨ ਦਾ ਹੁੰਦਾ ਹੈ, ਕਹਿ ਸਕਦੇ ਹਾਂ ਸਾਰੇ ਜੀਵਨ ਦੇ ਵਿੱਚੋਂ ਕਾਫੀ ਮਹੱਤਵਪੂਰਨ ਸਮਾਂ ਉਹ ਹੁੰਦਾ ਹੈ। ਤੁਸੀਂ ਆਪਣਾ ਜੀਵਨ ਕਿੰਝ ਬਤੀਤ ਕੀਤਾ, ਇਹਦੇ 'ਤੇ ਨਿਰਭਰ ਕਰਦਾ ਕਿ ਤੁਸੀਂ ਆਪਣੇ ਅੰਤ ਵੇਲੇ ਦੇ ਵਿੱਚ ਕਿੰਨੇ ਕੁ ਸੌਖੇ ਰਹਿ ਜਾਓਗੇ। ਮੌਤ ਦਾ ਡਰ ਤੁਹਾਨੂੰ ਸਤਾਉਂਦਾ ਰਹੇਗਾ ਜਾਂ ਤੁਸੀਂ ਬੇਫਿਕਰ ਹੋਵੋਗੇ। ਜੇ ਤੇ ਸਾਰੀ ਉਮਰ ਮੇਰੀ ਮੇਰੀ ਕਰਦੇ ਰਹੇ ਹੋ, ਪਰਮਾਤਮਾ ਨੂੰ ਛੱਡ ਕੇ ਦੁਨਿਆਵੀ ਵਸਤਾਂ ਦੇ ਨਾਲ ਮੋਹ ਪਾਇਆ ਹੋਇਆ ਹੈ, ਤੇ ਅੰਤ ਵੇਲਾ ਬੜਾ ਔਖਾ ਹੋਣਾ ਹੈ, ਕਿਉਂਕਿ ਡਰ ਹੋਣਾ ਹਿਰਦੇ 'ਚ ਕਿ ਇਹਨਾਂ ਨੂੰ ਛੱਡ ਕੇ ਜਾਣਾ ਪੈਣਾ ਹੁਣ, ਜੋ ਸਾਰੀ ਉਮਰ ਕਮਾਉਂਦੇ ਰਹੇ। ਪਰ ਜੇ ਸੁਰਤ ਪਰਮਾਤਮਾ ਦੇ ਨਾਲ ਜੋੜੀ ਹੋਈ ਹੈ, ਮਾਇਆ ਦੇ ਮੋਹ ਵਿੱਚ ਨਹੀਂ ਪਏ ਹੋਏ ਹੋ, ਤੇ ਅੰਤ ਵੇਲਾ ਬੜਾ ਸੌਖਾ ਲੱਗਣਾ, ਕਿਉਂਕਿ ਫਿਰ ਕੁਝ ਛੱਡ ਕੇ ਜਾਣ ਦਾ ਡਰ ਦਿਲ ਵਿੱਚ ਨਹੀਂ ਹੋਣਾ, ਬਲਕਿ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਹਾਸਲ ਕਰਨ ਦਾ ਖਿਆਲ ਦਿਲ ਵਿੱਚ ਹੋਏਗਾ। ਸੋ ਇੱਕ ਪਾਸੇ ਉਹ ਹੈ ਜੋ ਮੇਰੀ ਮੇਰੀ ਕਰਦਾ ਹੈ, ਉਹ ਜਦੋਂ ਦੁਨੀਆ ਤੋਂ ਜਾਂਦਾ ਹੈ ਤਾਂ ਉਹਨੂੰ ਛੱਡ ਕੇ ਜਾਣ ਦਾ, ਚੀਜ਼ਾਂ ਵਸਤਾਂ ਸਕੇ ਸੰਬੰਧੀ ਛੱਡ ਕੇ ਜਾਣ ਦਾ ਡਰ ਹੁੰਦਾ ਹੈ, ਖਦਸ਼ਾ ਹੁੰਦਾ ਹੈ, ਦੁੱਖ ਹੁੰਦਾ ਹੈ। ਤੇ ਜਿਹਨੇ ਸੁਰਤ ਪ੍ਰਮਾਤਮਾ ਨਾਲ ਜੋੜੀ ਹੈ, ਉਹ ਨਾ ਸਿਰਫ ਕੁਝ ਛੱਡ ਕੇ ਜਾਣ ਦੇ ਦੁੱਖ ਤੋਂ ਬਚ ਜਾਂਦਾ ਹੈ, ਬਲਕਿ ਪ੍ਰਮਾਤਮਾ ਨੂੰ ਮਿਲਣ ਦਾ ਸੁੱਖ ਵੀ ਹਾਸਲ ਕਰਦਾ ਹੈ। ਸੁਖਾਲਾ ਲੱਗਦਾ ਹੈ ਉਹਨੂੰ ਉਹ ਅੰਤ ਸਮਾਂ। ਸੋ ਪਿਰ ਮੇਰਾ ਏਕ ਹੈ, ਏਕਸ ਸਿਉ ਲਿਵ ਲਾਏ। ਨਾਨਕ ਜੇ ਸੁਖ ਲੋੜੈ ਕਾਮਣੀ, ਹਰ ਕਾ ਨਾਮ ਮਨ ਵਸਾਈ। ਹੇ ਜੀਵ ਇਸਤਰੀ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਤੀ ਸਿਰਫ ਇੱਕ ਹੀ ਹੈ। ਉਸ ਇੱਕ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖ। ਹੇ ਨਾਨਕ ਆਖ, ਹੇ ਜੀਵ ਇਸਤਰੀ, ਜੇ ਤੂੰ ਸੁੱਖ ਹਾਸਲ ਕਰਨਾ ਚਾਹੁੰਦੀ ਹੈ ਤਾਂ ਉਸ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਈ ਰੱਖ। ਆਸਾ ਮਹਿਲਾ ਤੀਜਾ। ਅੰਮ੍ਰਿਤ ਜਿਨ੍ਹਾਂ ਚਖਾਇਓਨ, ਰਸ ਆਇਆ ਸਹਿਜ ਸੁਭਾਈ। ਸੱਚਾ ਵੇ ਪ੍ਰਵਾਹ ਹੈ, ਤਿਸਨੋ ਤਿਲ ਨਾ ਤਮਾਏ।
ਜਿਨ੍ਹਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪ੍ਰਮਾਤਮਾ ਨੇ ਆਪ ਚਖਾਇਆ, ਉਹਨਾਂ ਨੂੰ ਆਤਮਿਕ ਅਡੋਲਤਾ ਵਿੱਚ, ਪ੍ਰੇਮ ਵਿੱਚ ਟਿਕ ਕੇ ਉਸ ਦਾ ਸਵਾਦ ਆ ਗਿਆ, ਤੇ ਨਾਲ ਦੀ ਨਾਲ ਇਹ ਗੱਲ ਵੀ ਸਮਝ ਦੇ ਵਿੱਚ ਆ ਗਈ ਕਿ ਸੱਚਾ ਬੇਪਰਵਾਹ ਹੈ। ਉਹ ਸਦਾ ਸਿਰ ਪ੍ਰਭੂ ਬੇਮੁਤਾਜ ਹੈ, ਉਸ ਨੂੰ ਰਤਾ ਭਰ ਵੀ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਹੈ। ਤੇ ਜਿਹੜੇ ਲੋਕ ਕਰਮਕਾਂਡ ਕਰ ਰਹੇ ਨੇ, ਉਹ ਉਸ ਪਰਮਾਤਮਾ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪਰਮਾਤਮਾ ਇਹ ਬਲੀ ਦੇ ਦਿੱਤੀ ਹੈ, ਹੁਣ ਸਾਡਾ ਇਹ ਕੰਮ ਕਰਵਾ ਦੇ। ਅਸੀਂ ਪਰਮਾਤਮਾ ਤੇਰੇ ਨਾਮ ਤੇ ਇਹ ਦਾਨ ਦੇ ਦਿੱਤਾ ਹੈ, ਹੁਣ ਸਾਡਾ ਇਹ ਕੰਮ ਕਰਵਾ ਦੇ। ਕਿ ਹੇ ਪਰਮਾਤਮਾ, ਅਸੀਂ ਤੇਰੇ ਨਾਂ ਤੇ ਫਲਾਣੀ ਚੀਜ਼ ਫਲਾਣੇ ਥਾਂ ਚੜ੍ਹਾ ਦਿੱਤੀ ਹੈ, ਹੁਣ ਸਾਡਾ ਕੰਮ ਕਰਵਾ ਦੇ। ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਪਰਮਾਤਮਾ ਨੂੰ ਜੋ ਬੇਪਰਵਾਹ ਹੈ, ਜਿਸ ਨੂੰ ਤਿਲ ਨਾ ਤਮਾਈ, ਜਿਹਨੂੰ ਰੱਤੀ ਭਰ ਵੀ ਲਾਲਚ ਹੈ ਹੀ ਨਹੀਂ। ਤੇ ਇਹ ਲਾਲਚ ਸਿਰਫ ਪਦਾਰਥਵਾਦੀ ਨਹੀਂ, ਬਥੇਰੇ ਲੋਕ ਅਜਿਹੇ ਨੇ ਜੋ ਪਰਮਾਤਮਾ ਦੀ ਭਗਤੀ ਕਰਦੇ ਨੇ, ਪੂਜਾ ਕਰਦੇ ਨੇ, ਲੇਕਿਨ ਉਹਦੇ ਨਾਲ ਨਾਲ ਇਹ ਆਸ ਵੀ ਰੱਖਦੇ ਨੇ ਕਿ ਇਸ ਪੂਜਾ ਦੇ ਬਦਲੇ, ਇਸ ਭਗਤੀ ਦੇ ਬਦਲੇ ਪਰਮਾਤਮਾ ਸਾਡੇ ਕੰਮ ਸਵਾਰ ਦੇਵੇ। ਉਹ ਵੀ ਲਾਲਚ ਹੈ, ਉਹ ਵੀ ਲਾਲਚ ਦੇਣ ਦੀ ਕੋਸ਼ਿਸ਼ ਹੈ ਉਸ ਪਰਮਾਤਮਾ ਨੂੰ। ਹਾਂ, ਕੁਝ ਕੁ ਲੋਕ, ਬਹੁਤ ਥੋੜਾ ਹਿੱਸਾ, ਜੋ ਬਿਨਾਂ ਕਿਸੇ ਆਸ ਤੋਂ ਪਰਮਾਤਮਾ ਦੀ ਭਗਤੀ ਕਰਦੇ ਨੇ, ਜੋ ਇਸ ਕਰਕੇ ਭਗਤੀ ਨਹੀਂ ਕਰਦੇ ਕਿ ਉਹਨਾਂ ਨੇ ਬਦਲੇ ਦੇ ਵਿੱਚ ਪਰਮਾਤਮਾ ਪਾਸੋਂ ਕੁਝ ਮੰਗਣਾ ਹੈ। ਉਹ ਇਸ ਕਰਕੇ ਭਗਤੀ ਨਹੀਂ ਕਰਦੇ ਕਿ ਉਹਨਾਂ ਨੂੰ ਆਸ ਹੁੰਦੀ ਹੈ ਕਿ ਜੇ ਮੈਂ ਭਗਤੀ ਕਰਾਂਗਾ ਤਾਂ ਇਹਦੇ ਬਦਲੇ 'ਚ ਪਰਮਾਤਮਾ ਮੈਨੂੰ ਕੋਈ ਸੁੱਖ ਦੇਗਾ, ਮੇਰਾ ਕੋਈ ਕੰਮ ਬਣਵਾ ਦੇਗਾ। ਨਹੀਂ, ਉਹ ਭਗਤੀ ਸਿਰਫ ਇਸ ਕਰਕੇ ਕਰਦੇ ਨੇ ਕਿ ਉਹ ਪਰਮਾਤਮਾ ਮਹਾਨ ਹੈ, ਉਹਨੇ ਇਹ ਇੰਨੀ ਵੱਡੀ ਤੇ ਇੰਨੀ ਗੁੰਝਲਦਾਰ ਸ੍ਰਿਸ਼ਟੀ ਬਣਾਈ ਹੈ, ਇਹਨੂੰ ਚਲਾ ਵੀ ਰਿਹਾ ਹੈ। ਉਹਦੀ ਮਹਾਨਤਾ ਨੂੰ, ਉਹਦੀ ਵੱਡਮੁੱਲਤਾ ਨੂੰ, ਉਹਦੇ ਗੁਣਾਂ ਨੂੰ ਚੇਤੇ ਦੇ ਵਿੱਚ ਰੱਖ ਕੇ ਉਹ ਲੋਕ ਭਗਤੀ ਕਰਦੇ ਨੇ। ਤੇ ਇਹ ਲੋਕ ਜੋ ਹਨ ਬੜੇ ਥੋੜ੍ਹੇ, ਬੜੀ ਘੱਟ ਗਿਣਤੀ ਹੈ ਇਹਨਾਂ ਦੀ। ਸੋ ਅਸੀਂ ਚੇਤਿਆਂ ਦੇ ਵਿੱਚ ਰੱਖੀਏ, ਸੱਚਾ ਬੇਪਰਵਾਹ ਹੈ, ਤਿਸ ਨੂੰ ਤਿਲ ਨਾ ਤਮਾਈ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਈ, ਮਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹਾਉ। ਇਹ ਭਾਈ, ਸਦਾ ਥਿਰ ਰਹਿਣ ਵਾਲਾ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹਰ ਥਾਂ ਵਰ ਰਿਹਾ ਹੈ, ਕਿਸੇ ਖਾਸ ਥਾਂ ਨਹੀਂ। ਯਾਦ ਰੱਖੀਏ, ਹਰ ਥਾਂ ਵਰ ਰਿਹਾ ਹੈ, ਪਰ ਇਹ ਪੈਂਦਾ ਉਹਨਾਂ ਮਨੁੱਖਾਂ ਦੇ ਮੂੰਹ ਵਿੱਚ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ, ਜੋ ਗੁਰਮੁਖ ਹਨ। ਆਤਮਿਕ ਅਡੋਲਤਾ ਵਿੱਚ ਟਿਕ ਕੇ ਹਰੀ ਦੇ ਗੁਣ ਗਾ ਗਾ ਕੇ ਉਹਨਾਂ ਦਾ ਮਨ ਸਦਾ ਆਨੰਦਿਤ ਰਹਿੰਦਾ ਹੈ, ਖਿੜਿਆ ਰਹਿੰਦਾ ਹੈ। ਮਨਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਹੇ, ਜਿਨ੍ਹਾਂ ਪਿਰਕਾ ਸਵਾਦ ਨਾ ਆਇਓ, ਜੋ ਧੁਰ ਲਿਖਿਆ ਸੋ ਕਮਾਹੇ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ ਇਸਤਰੀਆਂ ਸਦਾ ਮੰਦਭਾਗਣਾ ਹੀ ਰਹਿੰਦੀਆਂ ਹਨ। ਉਹ ਪ੍ਰਭੂ ਦੇ ਦਰ 'ਤੇ ਖਲੋਤੀਆਂ ਵੀ ਵਿਲਕਦੀਆਂ ਹੀ ਹਨ। ਜਿਨ੍ਹਾਂ ਨੂੰ ਪ੍ਰਭੂ ਪਤੀ ਦੇ ਮਿਲਾਪ ਦਾ ਕਦੇ ਸਵਾਦ ਨਹੀਂ ਆਇਆ, ਉਹ ਉਹੀ ਮਨਮੁਖਤਾ ਵਾਲੇ ਕਰਮ ਕਮਾਉਂਦੀਆਂ ਰਹਿੰਦੀਆਂ ਹਨ ਜੋ ਧੁਰ ਦਰਗਾਹ ਤੋਂ ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਉਹਨਾਂ ਦੇ ਮੱਥੇ 'ਤੇ ਲਿਖੇ ਪਏ ਹਨ। ਗੁਰਮੁਖ ਬੀਜੇ ਸੱਚ ਜਮੈ, ਸੱਚ ਨਾਮ ਵਪਾਰ, ਜੋ ਇਤਲਾ ਹੈ ਲਾਇਨ ਭਗਤੀ ਦੇ ਭੰਡਾਰ। ਗੁਰੂ ਦੇ ਸਨਮੁਖ ਰਹਿਣ ਵਾਲਾ ਜੋ ਇਨਸਾਨ ਹੈ, ਸਦਾ ਥਿਰ ਹਰੀ ਨਾਮ ਆਪਣੇ ਹਿਰਦੇ ਖੇਤ ਵਿੱਚ ਬੀਜਦਾ ਹੈ। ਤੇ ਜਦੋਂ ਨਾਮ ਬੀਜਿਆ ਹੈ ਤਾਂ ਹਿਰਦੇ ਵਿੱਚ ਨਾਮ ਹੀ ਉੱਗੇਗਾ ਤੇ ਸਦਾ ਥਿਰ ਨਾਮ ਨੂੰ ਉਹ ਆਪਣਾ ਵਣਜ ਵਪਾਰ ਵੀ ਬਣਾ ਲੈਂਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਇਸ ਲਾਭਬੰਦੇ ਕੰਮ ਵਿੱਚ ਲਾਇਆ ਹੈ, ਉਹਨਾਂ ਨੂੰ ਆਪਣੀ ਭਗਤੀ ਦੇ ਖਜ਼ਾਨੇ ਉਹ ਪ੍ਰਮਾਤਮਾ ਬਖਸ਼ ਦਿੰਦਾ ਹੈ। ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸ਼ਿੰਗਾਰ, ਅਨ ਦਿਨ ਰਾਵੈ ਪਿਰ ਆਪਣਾ ਸੱਚ ਰੱਖੈ ਉਰ ਧਾਰ। ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ ਇਸਤਰੀਆਂ ਸਦਾ ਚੰਗੇ ਭਾਗਾਂ ਵਾਲੀਆਂ ਹਨ। ਉਹ ਪ੍ਰਭੂ ਦੇ ਡਰ ਅਦਬ ਵਿੱਚ ਰਹਿ ਕੇ ਪ੍ਰਭੂ ਦੀ ਭਗਤੀ ਦੇ ਰਾਹੀਂ ਆਪਣਾ ਆਤਮਿਕ ਜੀਵਨ ਸੋਹਣਾ ਬਣਾਉਂਦੀਆਂ ਹਨ। ਉਹ ਹਰ ਵੇਲੇ ਪ੍ਰਭੂ ਪਤੀ ਦਾ ਮਿਲਾਪ ਮਾਣਦੀਆਂ ਹਨ। ਉਹ ਸਦਾ ਥਿਰ ਹਰੀ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੀਆਂ ਹਨ।
ਜਿਨ੍ਹਾਂ ਪਿਰ ਰਾਵਿਆ ਆਪਣਾ, ਤਿੰਨਾਂ ਵਿਟੋਂ ਬਲ ਜਾਓ, ਸਦਾ ਪਿਰ ਕੈ ਸੰਗ ਰਹੈ, ਵਿੱਚੋਂ ਆਪ ਗਵਾਈ। ਗੁਰੂ ਸਾਹਿਬ ਕਹਿੰਦੇ, ਹੇ ਭਾਈ, ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪ੍ਰਭੂ ਪਤੀ ਦੇ ਮਿਲਾਪ ਨੂੰ ਸਦਾ ਮਾਣਿਆ ਹੈ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਹੈ ਤੇ ਜੋ ਸਦਾ ਹੀ ਪ੍ਰਭੂ ਪਤੀ ਦੇ ਚਰਨਾਂ ਵਿੱਚ ਜੁੜੀਆਂ ਰਹਿੰਦੀਆਂ ਹਨ। ਤਨ ਮਨ ਸ਼ੀਤਲ ਮੁਖ ਉਜਲੇ, ਪਿਰ ਕੈ ਭਾਏ ਪਿਆਰ, ਸੇਜ ਸੁਖਾਲੀ ਪਿਰ ਰਵੈ, ਹਉਮੈ ਤ੍ਰਿਸ਼ਨਾ ਮਾਰ। ਪ੍ਰਭੂ ਪਤੀ ਦੇ ਪ੍ਰੇਮ ਵਿੱਚ, ਪਿਆਰ ਵਿੱਚ ਰਹਿਣ ਵਾਲੀਆਂ ਦਾ ਮਨ ਤੇ ਹਿਰਦਾ ਠੰਡਾ ਠਾਰ ਰਹਿੰਦਾ ਹੈ। ਉਹਨਾਂ ਦੇ ਮੂੰਹ ਲੋਕ ਪਰਲੋਕ ਵਿੱਚ ਰੌਸ਼ਨ ਹੋ ਜਾਂਦੇ ਹਨ। ਆਪਣੇ ਅੰਦਰੋਂ ਹਉਮੈ ਤ੍ਰਿਸ਼ਨਾ ਨੂੰ ਮਾਰ ਕੇ ਉਹਨਾਂ ਦੀ ਹਿਰਦਾ ਸੇਜ ਸੁਖਦਾਈ ਹੋ ਜਾਂਦੀ ਹੈ। ਪ੍ਰਭੂ ਪਤੀ ਉਸ ਸੇਜ ਉੱਤੇ ਸਦਾ ਟਿਕਿਆ ਰਹਿੰਦਾ ਹੈ। ਕਰ ਕਿਰਪਾ ਘਰ ਆਇਆ, ਗੁਰ ਕੈ ਹੇਤ ਅਪਾਰ, ਵਰ ਪਾਇਆ ਸੁਹਾਗਣੀ, ਕੇਵਲ ਏਕ ਮੁਰਾਰ। ਗੁਰੂ ਦੀ ਅਪਾਰ ਮਿਹਰ ਦੀ ਬਰਕਤ ਨਾਲ ਪ੍ਰਭੂ ਕਿਰਪਾ ਕਰਕੇ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਆ ਵਸਦਾ ਹੈ, ਉਹ ਸੁਭਾਗਣ ਉਸ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਜੋ ਆਪਣੇ ਵਰਗਾ ਇੱਕੋ ਹੀ ਹੈ, ਸਿਰਫ ਤੇ ਸਿਰਫ ਆਪ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਸਵੇ ਗੁਨਾਹ ਬਖਸ਼ਾਏ ਲਿਆਉਣ, ਮੇਲੇ ਮੇਲਣ ਹਾਰ, ਨਾਨਕ ਆਖਣ ਆਖੀਐ, ਜੇ ਸੁਣ ਧਰੇ ਪਿਆਰ। ਇਹ ਭਾਈ, ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ, ਉਸਨੇ ਪਿਛਲੇ ਕੀਤੇ ਆਪਣੇ ਸਾਰੇ ਪਾਪ ਬਖਸ਼ਵਾ ਲਏ। ਫਿਰ ਤੋਂ ਯਾਦ ਕਰਵਾ ਦਈਏ, ਪਿਛਲੇ ਕੀਤੇ ਪਾਪ ਬਖਸ਼ਾਉਣ ਤੋਂ ਭਾਵ ਹੈ ਕਿ ਜੋ ਹੁਣ ਤੱਕ ਅਸੀਂ ਮਾੜੀਆਂ ਸਿੱਖਿਆਵਾਂ ਗ੍ਰਹਿਣ ਕੀਤੀਆਂ, ਜੋ ਆਪਣੇ ਮਨ ਦੇ ਵਿੱਚ ਜਿਹੜੇ ਪਾਪ ਪਾਲ ਲਏ, ਝੂਠ, ਫਰੇਬ, ਲਾਲਚ ਆਦਿਕ, ਜੋ ਮੰਦੀ ਸੋਚ ਅਸੀਂ ਅਖਤਿਆਰ ਕਰ ਲਈ ਸੀ, ਪਾਪ ਬਖਸ਼ਾਉਣ ਤੋਂ ਭਾਵ ਕਿ ਉਹ ਸੋਚ ਸਾਡੀ ਬਖਸ਼ ਲਈ ਜਾਂਦੀ ਹੈ, ਖਤਮ ਹੋ ਜਾਂਦੀ ਹੈ ਸਾਡੇ ਮਨ 'ਚੋਂ, ਚੰਗੀ ਸੋਚ ਉਹਦੀ ਥਾਂ ਲੈ ਲੈਂਦੀ ਹੈ। ਝੂਠ, ਫਰੇਬ, ਲਾਲਚ ਵਰਗੇ ਜੋ ਪਾਪ ਹਨ ਸਾਡੇ ਮਨ ਤੋਂ ਲੈ ਜਾਂਦੇ ਨੇ। ਸਵੇ ਗੁਨਾਹ ਬਖਸ਼ਾਏ ਲਿਆਉਣ, ਮੇਲੇ ਮੇਲਣ ਹਾਰ। ਮੇਲਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ ਉਹਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਜੋ ਗੁਰੂ ਦੀ ਸ਼ਰਨ ਪਿਆ। ਨਾਨਕ ਆਖਣ ਆਖੀਐ, ਜੇ ਸੁਣ ਧਰੇ ਪਿਆਰ। ਹੇ ਨਾਨਕ ਆਖ, ਹੇ ਭਾਈ, ਪ੍ਰਭੂ ਦੀ ਸਿਫਤ ਸਲਾਹ ਦਾ ਬੋਲ ਹੀ ਬੋਲਣਾ ਚਾਹੀਦਾ ਹੈ, ਜਿਸ ਨੂੰ ਸੁਣ ਕੇ ਉਹ ਪ੍ਰਭੂ ਸਾਡੇ ਨਾਲ ਪਿਆਰ ਕਰੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 428ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਪਰਮਾਤਮਾ ਦੀ ਬੇਪਰਵਾਹੀ ਬਾਰੇ ਦੱਸਿਆ ਕਿ ਕਿਵੇਂ ਉਹ ਪਰਮਾਤਮਾ ਕਿਸੇ ਵੀ ਪ੍ਰਕਾਰ ਦੇ ਲਾਲਚ ਵਿੱਚ ਨਹੀਂ ਆਉਂਦਾ। ਬੇਸ਼ੱਕ ਉਹ ਲਾਲਚ ਪਦਾਰਥਵਾਦੀ ਹੋਵੇ ਜਾਂ ਭਗਤੀ ਰੂਪ ਹੋਵੇ, ਕਿਸੇ ਵੀ ਤਰ੍ਹਾਂ ਦਾ ਲਾਲਚ ਉਸ ਪਰਮਾਤਮਾ ਨੂੰ ਹਿਲਾ ਨਹੀਂ ਸਕਦਾ। ਉਹ ਬੇਪਰਵਾਹ ਹੈ, ਉਹਨੇ ਉਹੀ ਕਰਨਾ ਹੈ ਜੋ ਉਹਨੇ ਕਰਨਾ ਹੈ। ਜਿਸ ਨੂੰ ਜਿਸ ਪ੍ਰਕਾਰ ਦਾ ਵੀ ਬਣਾਉਣਾ ਹੈ, ਉਸ ਪਰਮਾਤਮਾ ਨੇ ਉਸੇ ਪ੍ਰਕਾਰ ਦਾ ਹੀ ਬਣਾਉਣਾ ਹੈ। ਇਹ ਗੱਲ ਸਦਾ ਅਸੀਂ ਆਪਣੀ ਚੇਤੇ ਦੇ ਵਿੱਚ ਰੱਖੀਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।